ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਪਾਕਿਸਤਾਨ ਅੰਦਰ ਸਿੱਖ ਬਰਾਦਰੀ ਦੇ ਲੋਕ ਵੱਖੋ ਵੱਖ ਸ਼ੋਬਿਆਂ ਵਿੱਚ ਆਪਣੀਆਂ ਖਿਦਮਤਾਂ ਅੰਜਾਮ ਦੇ ਰਹੇ ਨੇ। ਪਾਕਿਸਤਾਨ ਜੇ ਵੇਖੀਏ ਤੇ ਪਾਕਿਸਤਾਨ ਆਰਮੀ, ਪਾਕਿਸਤਾਨ ਰੇਂਜਰ, ਸਿਹਤ ਤੇ ਐਜੂਕੇਸ਼ਨ ਦੇ ਮਹਿਕਮੇ ਵਿੱਚ ਮੁਖਤਲਿਫ ਲੋਕ ਆਪਣੀਆਂ ਖਿਦਮਤਾਂ ਅੰਜਾਮ ਦਿੰਦੇ ਨਜ਼ਰ ਆਉਂਦੇ ਨੇ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਮਹਿਮਾਨ ਮੌਜੂਦ ਨੇ ਉਹ ਗੌਰਮੈਂਟ ਕਾਲਜ ਲਾਹੌਰ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਪੜ੍ਹਾ ਰਹੇ ਨੇ। ਮੇਰੀ ਮੁਰਾਦ ਜਨਾਬ ਕਲਿਆਣ ਸਿੰਘ ਕਲਿਆਣ ਜੀ। ਕਲਿਆਣ ਜੀ, ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲਿਆਏ। ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ। ਬਹੁਤ ਧੰਨਵਾਦ ਪਹਿਲੇ ਚੰਦ ਜੀ ਤੁਹਾਡਾ, ਉਸ ਤੋਂ ਬਾਅਦ ਉਰਦੂ ਪੁਆਇੰਟ ਜੀ ਦਾ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਅਸੀਂ ਆਪਣੀ ਮਾਂ ਬੋਲੀ 'ਚ ਗੱਲ ਕਰ ਸਕੀਏ। ਬਹੁਤ ਸ਼ੁਕਰੀਆ। ਅੱਛਾ ਕਲਿਆਣ ਜੀ, ਸਭ ਤੋਂ ਪਹਿਲੇ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਪਿਛਲੇ ਦਿਨੋਂ ਜਿਹੜਾ ਪੰਜਾਬ ਅਸੈਂਬਲੀ ਤੋਂ ਜਿਹੜਾ ਐਕਟ ਪਾਸ ਹੋਇਆ ਉਹਦੇ ਲਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਹੋਣ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਇਹੋ ਹੀ ਕਿ ਪਿਛਲੇ 70 ਵਰ੍ਹਿਆਂ ਤੋਂ ਪਾਕਿਸਤਾਨ ਵਿੱਚ ਰਹਿਣ ਵਾਲੀ ਘੱਟ ਗਿਣਤੀਆਂ, ਖਾਸ ਤੌਰ 'ਤੇ ਮਜ਼ਹਬੀ ਅਕਲੀਅਤਾਂ ਜਿਹੜੀਆਂ ਇੱਥੇ ਰਹਿ ਰਹੀਆਂ ਨੇ, ਉਹ ਵੀ ਜਿਹੜੀ ਹਨ ਬਹੁਤ ਜ਼ਿਆਦਾ ਕੋਸ਼ਿਸ਼ ਵਿੱਚ ਹਨ ਕਿ ਉਹਨਾਂ ਦੇ ਫੈਮਿਲੀ ਲਾਜ਼ ਜਿਹੜੇ ਕਿ ਇੱਥੇ ਨਹੀਂ ਸਨ, ਔਰ ख़ास तौर 'ਤੇ ਇੱਥੇ ਵੱਡੀ ਜਿਹੜੀ ਅਕਲੀਅਤ ਹੈ ਉਹ ਹਿੰਦੂ, ਉਸ ਤੋਂ ਬਾਅਦ ਕ੍ਰਿਸਚਨ ਹੈ, ਉਸ ਤੋਂ ਬਾਅਦ ਸਿੱਖ ਹੈ। ਤਿੰਨ ਵੱਡੀ ਅਕਲੀਅਤਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ, ਔਰ ਇਹ ਤਿੰਨੇ ਅਕਲੀਅਤਾਂ ਜਿਹੜੀਆਂ ਨੇ ਕਾਫੀ ਚਿਰਾਂ ਤੋਂ ਕੋਸ਼ਿਸ਼ ਕਰ ਰਹੀਆਂ ਨੇ ਕਿ ਇਹਨਾਂ ਨੂੰ ਇਹਨਾਂ ਦੇ ਫੈਮਿਲੀ ਲਾਜ਼ ਦਿੱਤੇ ਜਾਣ। ਇਹਨਾਂ ਵਿੱਚੋਂ ਜਿਹੜੇ ਕ੍ਰਿਸਚਨ ਮੈਰਿਜ ਐਕਟ ਹੈ, ਲੇਕਿਨ ਉਹਨਾਂ ਦਾ ਡਿਵੋਰਸ ਐਕਟ ਨਹੀਂ ਹੈ। ਹਿੰਦੂ ਮੈਰਿਜ ਬਿੱਲ ਜਿਹੜਾ ਹੈ ਲਾਸਟ ਈਅਰ ਪਾਸ ਹੋਇਆ, ਔਰ ਹੁਣ ਜਿਹੜੀ ਥਰਡ ਜਿਹੜੀ ਸੀ ਮਿਨੋਰਿਟੀ ਸੀ, ਘੱਟ ਗਿਣਤੀ ਸੀ, ਉਹ ਸਿੱਖ ਸੀ। ਉਹਨਾਂ ਦਾ ਮੈਰਿਜ ਐਕਟ ਵੀ ਪੰਜਾਬ ਗੌਰਮੈਂਟ ਵੱਲੋਂ ਪਾਸ ਹੋ ਗਿਆ। ਮੈਂ ਦੱਸਣਾ ਚਾਹਾਂ ਕਿ ਇਹਦੇ ਵਿੱਚ ਫੈਮਿਲੀ ਲਾਜ਼ ਦੀ ਜ਼ਰੂਰਤ ਕਿਉਂ ਹੁੰਦੀ ਹੈ। ਅਸਲ ਦੇ ਵਿੱਚ ਜਿਸ ਵੇਲੇ ਤੁਸੀਂ ਕਿਸੇ ਮੁਆਸ਼ਰੇ ਵਿੱਚ ਰਹਿ ਰਹੇ ਹੋਵੋ ਤਾਂ ਵਿਆਹ ਦੀ ਰਸਮ ਜਿਹੜੀ ਹੈ ਉਹ ਹੋਈ ਹੋਵੇ ਤੇ ਉਹਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ। ਪੂਰੀ ਦੁਨੀਆ ਵਿੱਚ ਰਜਿਸਟ੍ਰੇਸ਼ਨ ਉਹਦੀ ਹੁੰਦੀ ਹੈ, ਸਰਟੀਫਿਕੇਟ ਮਿਲਦਾ ਹੈ, ਮੈਰਿਜ ਸਰਟੀਫਿਕੇਟ। ਲੇਕਿਨ ਇੱਥੇ ਦੇ ਲੋਕ ਜਿਹੜੇ ਸਨ, ਇੱਥੇ ਖਾਸ ਤੌਰ 'ਤੇ ਮਿਨੋਰਿਟੀ, ਉਹਨਾਂ ਨੂੰ ਮੈਰਿਜ ਸਰਟੀਫਿਕੇਟ ਨਹੀਂ ਸੀ ਮਿਲ ਰਿਹਾ। ਆਸਤਾ ਆਸਤਾ ਹੁਣ 70 ਵਰ੍ਹਿਆਂ ਬਾਅਦ ਚਲੋ ਕੰਮ ਸ਼ੁਰੂ ਹੋਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸ਼ੁਰੂ ਹੋਇਆ। ਤੇ ਉਸ ਤੋਂ ਇਲਾਵਾ ਫੈਮਿਲੀ ਪ੍ਰੋਬਲਮਸ ਬਹੁਤ ਹੁੰਦੀਆਂ ਸੀ, ਮਤਲਬ ਡਿਵੋਰਸ ਦੀ ਗੱਲ ਹੁੰਦੀ ਸੀ, ਜਾਂ ਫਿਰ ਬੱਚਿਆਂ ਦੇ ਮਸਲਿਆਂ ਦੀ ਗੱਲ ਹੁੰਦੀ ਸੀ, ਜਾਂ ਫਿਰ ਜਦੋਂ ਨੌਕਰੀ ਜਿਹੜੀ ਹੈ ਖ਼ਤਮ ਹੁੰਦੀ ਸੀ, ਉਸ ਤੋਂ ਬਾਅਦ ਵਾਈਫ ਨੂੰ ਪੈਨਸ਼ਨਸ ਦੇ ਮਸਲੇ ਹੁੰਦੇ ਸੀ। ਉਹ ਕਾਫੀ ਮਸਲੇ ਜਿਹੜੇ ਆ ਆਸਤਾ ਆਸਤਾ ਵੱਧ ਰਹੇ ਸੀ। ਉਹਨਾਂ ਮਸਲਿਆਂ ਵਾਸਤੇ ਅਸੀਂ ਪੰਜਾਬ ਗੌਰਮੈਂਟ ਨੂੰ ਵੀ 2007 ਤੋਂ ਅਸੀਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਕਿ ਫੈਮਿਲੀ ਲਾਜ਼ ਹੋਣੇ ਚਾਹੀਦੇ ਆ। ਦੇਖੋ, ਸਭ ਤੋਂ ਵੱਡੀ ਹਿਊਮਨ ਰਾਈਟਸ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਫੈਮਿਲੀ ਲਾਜ਼ ਦਿਓ। ਪੂਰੀ ਦੁਨੀਆ 'ਚ ਫੈਮਿਲੀ ਲਾਜ਼ ਦਿੱਤੇ ਜਾਂਦੇ ਆ, ਅਤੇ ਉਹ ਮਜ਼ਹਬ ਤੋਂ ਹਟ ਕੇ ਵੀ ਦਿੱਤੇ ਜਾਂਦੇ ਆ, ਮਜ਼ਹਬ ਦੇ ਇਤਬਾਰ ਨਾਲ ਵੀ ਦਿੱਤੇ ਜਾਂਦੇ ਆ। ਦੋ ਕਿਸਮ ਦੇ ਤਰੀਕੇ ਆ। ਪਾਕਿਸਤਾਨ ਵਿੱਚ ਕਿਉਂਕਿ ਇੱਕ ਮਜ਼ਹਬੀ ਮੁਆਸ਼ਰਾ ਹੈ ਅਤੇ ਉਹਦੇ ਵਿੱਚ ਸਾਨੂੰ ਫੈਮਿਲੀ ਲਾਜ਼ ਹਰ ਨੇ, ਹਿੰਦੂ ਨੇ ਆਪਣਾ ਬਣਾਏ ਹੋਏ ਨੇ, ਕ੍ਰਿਸਚਨਾਂ ਦੇ ਆਪਣੇ ਲਾਜ਼ ਨੇ ਫੈਮਿਲੀ ਲਾਜ਼, ਸਿੱਖਾਂ ਦੇ ਵੀ ਜਿਹੜੇ ਸਨ ਉਹ ਆਪਣੇ ਜਿਵੇਂ ਮਜ਼ਹਬ ਦੇ ਮੁਤਾਬਕ ਲਾਜ਼ ਬਣਾਏ ਹੋਏ ਨੇ। ਉਸ ਵਿੱਚ ਫਿਰ ਆਸਤਾ ਆਸਤਾ ਕਿ ਰਜਿਸਟ੍ਰੇਸ਼ਨ ਤੋਂ ਵੱਖ ਉਹਨਾਂ ਦੇ ਜਿਹੜੀ ਇੱਕ ਵਾਈਫ ਹੈ ਉਹ ਤੁਹਾਡੇ ਨਾਂ 'ਤੇ ਗਿਣੀ ਜਾਵੇ, ਉਹ ਸ਼ਨਾਖਤੀ ਕਾਰਡ ਦੇ ਵਿੱਚ ਇਹ ਮਸਲਾ ਬਣਦਾ ਹੁੰਦਾ ਸੀ। ਜਦੋਂ ਸ਼ਨਾਖਤੀ ਕਾਰਡ ਬਣਾਉਣ ਜਾਓਗੇ ਤਾਂ ਉਹਨਾਂ ਨੇ ਸਾਰਿਆਂ ਤੋਂ ਪਹਿਲੇ ਮੈਰਿਜ ਸਰਟੀਫਿਕੇਟ ਮੰਗਣਾ ਸੀ। ਮੈਰਿਜ ਸਰਟੀਫਿਕੇਟ ਕਿਸੇ ਕੋਲ ਵੀ ਨਹੀਂ ਸੀ ਹੁੰਦਾ। ਸੋ ਆਸਤਾ ਆਸਤਾ ਇਹ ਫੈਮਿਲੀ ਲਾਜ਼ ਜਿਹੜੇ ਆ ਅੱਗੇ ਫੈਮਿਲੀ ਅਦਾਲਤਾਂ ਹੈ ਨੇ, ਲੇਕਿਨ ਲਾਜ਼ ਕੋਈ ਨਹੀਂ ਸੀ ਹੁੰਦੇ। ਫਿਰ ਇਹ ਦੁਬਾਰਾ ਵਾਪਸ ਜਾਂਦੇ ਸੀ ਸਿੱਖ ਕਮਿਊਨਿਟੀ ਕੋਲ, ਅਤੇ ਸਿੱਖ ਕਮਿਊਨਿਟੀ ਫਿਰ ਆਪਸ 'ਚ ਮਿਲ ਬੈਠ ਕੇ ਫੈਸਲਾ ਕਰਦੇ ਸੀ। ਲੇਕਿਨ ਪ੍ਰੋਪਰ ਤਰੀਕੇ ਨਾਲ ਕੋਈ ਲਾਜ਼ ਨਹੀਂ ਸੀ ਹੋਣ ਦੀ ਵਜ੍ਹਾ ਤੋਂ ਬਹੁਤ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪਿਆ। ਲੇਕਿਨ ਮੈਂ ਇਹੋ ਹੀ ਕ੍ਰੈਡਿਟ ਜਿਹੜਾ ਹੈ ਵੇਲੇ ਦੇ ਹੁਕਮਰਾਨਾਂ ਨੂੰ ਦਿਆਂਗਾ ਕਿ ਉਹਨਾਂ ਨੇ ਅੱਛਾ ਇਕਦਾਮ ਚੁੱਕਿਆ, ਔਰ ਖ਼ਾਸ ਤੌਰ 'ਤੇ ਰਮੇਸ਼ ਅਰੋੜਾ ਸਾਹਿਬ ਨੂੰ, ਉਹਨਾਂ ਨੂੰ ਉਹ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਸਿੱਖ ਮੈਰਿਜ ਐਕਟ ਪਾਸ ਕਰਕੇ ਸਿੱਖਾਂ ਨੂੰ ਇੱਕ ਤੋਹਫਾ ਦਿੱਤਾ। ਹਾਂ, ਲੇਕਿਨ ਚਲੋ ਦੇਰ ਆਏ, ਉਹ ਕੀ ਕਹਿੰਦੇ ਨੇ, ਦਰੁਸਤ ਆਏ। ਇੰਨੀ ਦੇਰ ਬਾਅਦ ਮੇਰਾ ਖਿਆਲ ਹੈ ਕਿ ਪਾਕਿਸਤਾਨ ਜਿਹੜਾ ਉਹ ਵਾਹਿਦ ਮੁਲਕ ਹੋ ਗਿਆ ਕਿ ਜਿਹਨੇ ਸਿੱਖ ਮੈਰਿਜ ਐਕਟ ਜਿਹੜਾ ਪਾਸ ਕਰਨ ਵਾਲਾ। ਇੰਡੀਆ 'ਚ ਵੀ ਤਕਰੀਬਨ 2 ਕਰੋੜ ਦੇ ਕਰੀਬ ਜਿਹੜੇ ਨੇ ਉਹ ਸਿੱਖ ਆਬਾਦ ਨੇ, ਲੇਕਿਨ ਉਹਨਾਂ ਲਈ ਮੈਰਿਜ ਐਕਟ ਕੋਈ ਨਹੀਂ ਹੈਗਾ। ਬਿਲਕੁਲ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਵਿੱਚ ਵਸਣ ਵਾਲੀਆਂ, ਸਾਡੇ ਸਾਊਥ ਏਸ਼ੀਆ ਦੇ ਵਿੱਚ ਹਮੇਸ਼ਾ ਜਿਹੜਾ ਹੈ ਮੈਰਿਜ ਐਕਟ ਬਣੇ ਨੇ ਜਾਂ ਫੈਮਿਲੀ ਲਾਜ਼ ਬਣੇ ਆ, ਉਹਦੇ ਵਿੱਚ ਸਹਾਰਾ ਮਜ਼ਹਬ ਦਾ ਲੈ ਰਹੇ ਆ।
ਔਰ ਉੱਥੇ ਹਿੰਦੁਸਤਾਨ ਦੇ ਵਿੱਚ ਦੋ ਕਿਸਮ ਲਾਜ਼ ਨੇ, ਜਾਂ ਮੁਸਲਿਮ ਲਾਅ ਪਰਸਨਲ ਲਾਜ਼ ਨੇ, ਜਾਂ ਫਿਰ ਆਪਣਾ ਹਿੰਦੂ ਲਾਜ਼ ਨੇ। ਸਿੱਖ ਉੱਥੇ ਵਸਣ ਵਾਲੇ 2 ਕਰੋੜ ਤੋਂ ਉੱਤੇ ਸਿੱਖ ਵਸ ਰਹੇ ਨੇ, ਉਹਨਾਂ ਨੂੰ ਹਿੰਦੂ ਫੈਮਿਲੀ ਲਾਜ਼ ਦੇ ਅੰਡਰ ਕਰ ਦਿੱਤਾ ਗਿਆ, ਜਿਹੜਾ ਕਿ ਮੇਰਾ ਖਿਆਲ ਹੈ ਕਿ ਸਿੱਖ ਕੌਮ ਨਾਲ ਇੱਕ ਜ਼ਿਆਦਤੀ ਵਾਲੀ ਗੱਲ ਸੀ। ਬਾਹਰ ਵਸਣ ਵਾਲੇ ਜਿਹੜੇ ਫੈਮਿਲੀ ਲਾਜ਼ ਨੇ ਉਹ ਸਾਰਿਆਂ ਵਾਸਤੇ ਇੱਕ ਨੇ, ਉਹ ਭਾਵੇਂ ਤੁਸੀਂ ਮੁਸਲਮਾਨ ਹੋਵੋ, ਸਿੱਖ ਹੋਵੋ, ਹਿੰਦੂ ਹੋ, ਉਹ ਫੈਮਿਲੀ ਲਾਜ਼ ਜਿਹੜੀ ਹੈ ਸਟੇਟ ਦੇ ਰਹੀ ਹੈ। ਉਹ ਤੇ ਉਹਨਾਂ ਨੇ ਮਸਲਾ ਹੀ ਇੱਕ ਹੱਲ ਕਰ ਦਿੱਤਾ ਹੈ। ਪਰ ਹਿੰਦੁਸਤਾਨ 'ਚ ਵਸਣ ਵਾਲੇ ਜਿਹੜੇ ਹੈ ਉਹਨਾਂ ਵਾਸਤੇ ਇੱਕ ਮਸਲਾ ਜਿਹੜਾ ਹਜੇ ਤੱਕ ਵੀ ਬਰਕਰਾਰ ਹੈ, ਉਹ ਉਹਨਾਂ ਦੇ ਫੈਮਿਲੀ ਲਾਜ਼ ਦੇ ਮੁਤਾਬਕ 25 ਫੈਮਿਲੀ ਕਿ ਤੁਸੀਂ ਹਿੰਦੂ ਹੀ ਗਿਣੇ ਜਾਂਦੇ ਹੋ, ਜਿਹੜੀ ਕਿ ਮੇਰੇ ਖਿਆਲ ਹੈ ਕਿ ਸਿੱਖ ਕੌਮ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਔਰ ਜੇ ਆਉਣ ਵਾਲੇ ਵੇਲੇ ਦੇ ਵਿੱਚ ਜੇ ਉਹਨਾਂ ਨੇ ਲਾਜ਼ ਨਾ ਬਣਾਏ ਤਾਂ ਆਸਤਾ ਆਸਤਾ ਜਿਵੇਂ ਬੁੱਧ ਮਤ ਖਤਮ ਹੋ ਗਿਆ, ਜੈਨ ਮਤ ਖਤਮ ਹੋ ਗਿਆ, ਬਾਲਮੀਕ ਧਰਮ ਖਤਮ ਹੋ ਗਿਆ, ਤੇ ਸਿੱਖ ਮਜ਼ਹਬ ਵੀ ਆਸਤਾ ਆਸਤਾ ਖਤਮ ਹੋ ਜਾਏਗਾ। ਉਹਨਾਂ ਨੂੰ ਫੈਮਿਲੀ ਲਾਜ਼ ਬਣਾਉਣੇ ਜ਼ਰੂਰੀ ਚਾਹੀਦੇ ਆ। ਔਰ ਬਾਹਰ ਵਸਣ ਵਾਲੇ ਜਿਹੜੇ ਸਿੰਘ ਆ ਉਹਨਾਂ ਨੂੰ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਵਿਆਹ ਕਰਾਉਣਾ ਤਾਂ ਪਾਕਿਸਤਾਨ ਆ ਕੇ ਵਿਆਹ ਕਰਾਓ, ਤਾਂ ਕਿ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇ ਇੱਥੇ, ਔਰ ਇਹ ਜਿਹੜੇ ਫੈਮਿਲੀ ਲਾਜ਼ ਨੇ ਇਹ ਕਾਮਯਾਬ ਹੋਣ। ਯਕੀਨਨ ਬਹੁਤ ਵੱਡਾ ਜਿਹੜਾ ਉਹ ਕੰਮ ਜਿਹੜਾ ਤਾਰੀਖੀ ਹੋਇਆ। ਅੱਛਾ ਕਲਿਆਣ ਸਾਹਿਬ, ਇਹ ਤੇ ਹੋ ਗਿਆ ਐਕਟ ਬਾਰੇ ਗੱਲ। ਮੈਂ ਹੁਣ ਚਾਹੁੰਦਾ ਅਸੀਂ ਤੁਹਾਡੀ ਆਪਣੀ ਪਰਸਨਲ ਜ਼ਿੰਦਗੀ ਬਾਰੇ, ਤੁਸੀਂ ਆਪਣੇ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੈ? ਮੈਨੂੰ ਤੇ ਬਹੁਤ ਸਾਰੀਆਂ ਚੀਜ਼ਾਂ ਜਾਣਦਾ, ਲੇਕਿਨ ਮੈਂ ਚਾਹੁੰਦਾ ਤੁਹਾਡੇ ਮੂੰਹ ਤੱਕ ਸਾਡੇ ਦੇਖਣ ਵਾਲਿਆਂ ਨੂੰ ਵੀ ਪਤਾ ਚੱਲੇ ਕਿ ਤੁਸੀਂ ਪੰਜਾਬੀ ਵੱਲ ਕਿਵੇਂ ਆਏ। ਗੌਰਮੈਂਟ ਕਾਲਜ ਦੇ ਵਿੱਚ ਅੱਜ ਕੱਲ੍ਹ ਮਾਸ਼ਾਅੱਲਾ ਪੰਜਾਬੀ ਪੜ੍ਹਾ ਰਹੇ ਹੋ, ਔਰ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਆਪਣਾ ਫਰਜ਼ ਜਿਹੜਾ ਉਹ ਨਿਭਾ ਰਹੇ ਹੋ। ਜੀ ਮੈਂ ਨਨਕਾਣਾ ਸਾਹਿਬ ਤੋਂ ਮੇਰਾ ਤਾਲੁਕ ਹੈ, ਉੱਥੋਂ ਦੀ ਇੱਕ ਮਤਵਲੀ ਫੈਮਿਲੀ ਹੈ ਨਨਕਾਣਾ ਸਾਹਿਬ ਦੀ। ਮੇਰੇ ਪਿਤਾ ਦਾ ਨਾਮ ਸਰਦਾਰ ਈਸ਼ਰ ਸਿੰਘ, ਔਰ ਮੇਰੇ ਵੱਡੇ ਭਰਾ ਸਰਦਾਰ ਨਾਮ ਸਿੰਘ MPA ਵੀ ਰਹਿ ਚੁੱਕੇ ਨੇ। ਉਸ ਤੋਂ ਇਲਾਵਾ ਸਰਦਾਰ ਮਸਤਾਨ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ, ਉਹ ਵੀ ਮੇਰੇ ਵੱਡੇ ਵੀਰ ਨੇ। ਪਾਕਿਸਤਾਨ ਆਰਮੀ ਦੇ ਵਿੱਚ ਮੇਜਰ ਹਰਚਰਨ ਸਿੰਘ, ਉਹ ਮੇਰੇ ਛੋਟੇ ਭਰਾ ਨੇ। ਪਿਛਲੇ ਦਿਨ ਉਹਨਾਂ ਦੀ ਸ਼ਾਦੀ ਵੀ ਹੋਈ ਜੀ, ਬਿਲਕੁਲ ਉਹਨਾਂ ਦੀ ਸ਼ਾਦੀ ਹੋਈ, ਔਰ ਉਹ ਮੇਰੇ ਛੋਟੇ ਵੀਰ ਨੇ। ਇਸ ਤੋਂ ਇਲਾਵਾ ਜਿਹੜੇ ਵਾਰਡਨ 'ਚ ਨੇ ਉਹ ਮੇਰੇ ਭਤੀਜੇ ਨੇ। ਸੋ ਜਿਹੜੇ ਹੈਲਥ ਦੇ ਉਹਦੇ ਵਿੱਚ ਨੇ, ਸ਼ੋਬਿਆਂ ਦੇ ਵਿੱਚ ਨੇ, ਡਾਕਟਰਸ ਨੇ ਮੁਖਤਲਿਫ, ਉਹ ਮੇਰੇ ਕਜ਼ਨ ਹੀ ਨੇ। ਸੋ ਇਹ ਹੈ ਕਿ ਸਾਡੀ ਫੈਮਿਲੀ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡੀ ਫੈਮਿਲੀ ਸੀ, ਔਰ ਅਸੀਂ ਹੀ ਲੋਕਲ ਰਹਿਣ ਵਾਲੇ ਸੀ ਇੱਥੋਂ ਦੇ। ਤੇ ਇੱਥੇ ਆ ਕੇ ਅਸੀਂ ਸਿਰਫ ਐਜੂਕੇਸ਼ਨ ਵੱਲ ਤਵੱਜੋ ਦਿੱਤੀ ਹੈ। ਵੇਲੇ ਦੇ ਹਾਲਾਤ ਬਹੁਤ ਮੁਸ਼ਕਲ ਰਹੇ ਨੇ ਸ਼ੁਰੂ ਦੇ ਵਿੱਚ, ਲੇਕਿਨ ਆਸਤਾ ਆਸਤਾ ਇਹ ਹਾਲਾਤ ਠੀਕ ਹੋਏ, ਔਰ ਹੁਣ ਅਸੀਂ ਮੇਰਾ ਖਿਆਲ ਹੈ ਕਿ ਇੱਕ ਅਟੂਟ ਅੰਗ ਰਿਸ਼ਤਾ ਹੋ ਗਿਆ ਹੈ ਸਾਡੇ ਮੁਸਲਿਮ ਮੁਆਸ਼ਰੇ ਨਾਲ। ਔਰ ਐਜੂਕੇਸ਼ਨ ਲੈ ਕੇ ਅਸੀਂ ਵੱਖ-ਵੱਖ ਫੀਲਡ ਵਿੱਚ ਜਿਹੜਾ ਹੈ ਉਹ ਕੋਈ ਰੇਂਜਰ ਵਿੱਚ ਹੈ, ਕੋਈ ਆਰਮੀ 'ਚ ਹੈ, ਕੋਈ ਪੁਲਿਸ ਦੇ ਵਿੱਚ ਹੈ, ਕੋਈ ਹਾਲਾਂਕਿ ਮੋਟਰਵੇ ਪੁਲਿਸ ਦੇ ਵਿੱਚ ਵੀ 2 ਸਿੱਖ ਆ ਚੁੱਕੇ ਨੇ। ਸੋ ਇਸ ਤੋਂ ਇਲਾਵਾ ਸਿਹਤ ਦੇ ਸ਼ੋਬਿਆਂ ਦੇ ਵਿੱਚ ਬਹੁਤ ਸਾਰੇ ਡਾਕਟਰ ਨੇ। ਐਜੂਕੇਸ਼ਨ ਜਿਸ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਅਸੀਂ 2 ਬੰਦੇ ਹਾਂ ਐਜੂਕੇਸ਼ਨ ਦੇ ਵਿੱਚ। ਸੋ ਇਸ ਵੱਡੇ ਅਹੁਦਿਆਂ 'ਤੇ ਪਹੁੰਚ ਕੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਔਰ ਨਨਕਾਣਾ ਸਾਹਿਬ ਦੀ ਫੈਮਿਲੀ ਹੋਣ ਦੀ ਵਜ੍ਹਾ ਤੋਂ ਹੁਣ ਸਿੱਖ ਕੌਮ ਨੂੰ ਵੀ ਅਹਿਸਾਸ ਹੋ ਚੁੱਕਿਆ ਹੈ ਕਿ ਜਿਹੜੀ ਇੱਕ ਫੈਮਿਲੀ ਅਸੀਂ ਛੱਡ ਕੇ ਆਏ ਹਾਂ, ਉਸ ਫੈਮਿਲੀ ਦਾ ਜਿਹੜਾ ਹੈ ਕੋਈ ਨਾ ਕੋਈ ਮੁੱਲ ਪੈਣਾ ਚਾਹੀਦਾ। ਹੁਣ ਸਾਨੂੰ ਜਿਹੜਾ ਹੈ ਸਿੱਖ ਕੌਮ ਉਹ ਸਤਿਕਾਰ, ਉਹ ਇੱਜ਼ਤ, ਉਹ ਮਾਣ ਜਿਹੜੀ ਹੈ ਉਹ ਦੇ ਰਹੀ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਲੋਕ ਜਿਹੜੇ ਸਨ 47 ਤੋਂ ਜਿਹੜੇ ਲੁੱਟੇ ਪੁੱਟੇ ਸਨ ਉਸ ਵੇਲੇ ਸ਼ਾਇਦ ਉਹਨਾਂ ਦਾ ਗੁੱਸਾ ਜਿਹੜਾ ਸੀ ਉਹ ਜਾਇਜ਼ ਸੀ ਲੋਕਾਂ ਦਾ। ਹੁਣ ਉਹ ਆਸਤਾ ਆਸਤਾ ਉਹਨਾਂ ਨੇ ਸਮਝ ਲਿਆ ਕਿ ਇਹ ਲੋਕਲ ਰਹਿਣ ਵਾਲੇ ਸਰਦਾਰ ਨੇ, ਇਹ ਸਾਡੇ ਹੀ ਵਰਗੇ ਨੇ, ਇਹ ਸਾਡੇ ਭਰਾ ਨੇ। ਹੁਣ ਸਾਨੂੰ ਆਸਤਾ ਆਸਤਾ ਉਹ ਮੁਹੱਬਤ ਮਿਲ ਗਈ। ਔਰ ਨਨਕਾਣਾ ਸਾਹਿਬ ਦੇ ਵਿੱਚ ਰਹਿੰਦਿਆਂ ਐਜੂਕੇਸ਼ਨ ਜਿਹੜੀ ਹੈ ਉਹ ਗੌਰਮੈਂਟ ਗੁਰੂ ਨਾਨਕ ਕਾਲਜ ਤੋਂ BA ਕੀਤਾ, MA ਪੰਜਾਬ ਯੂਨੀਵਰਸਿਟੀ ਤੋਂ, ਫਿਰ ਉਸ ਤੋਂ ਬਾਅਦ MPhil ਵੀ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਤੋਂ ਕੀਤਾ। ਹੁਣ PhD ਜਿਹੜੀ ਹੈ ਉਹ ਵੀ ਉੱਥੋਂ ਹੀ ਚੱਲ ਰਹੀ ਹੈ। ਅਤੇ ਨਾਲ 2010 ਦੇ ਵਿੱਚ ਅਸੀਂ ਅਪਲਾਈ ਕੀਤਾ ਸੀ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ। 2012 'ਚ ਸਾਡੀ ਜੋਬ ਹੋਈ। ਉਸ ਵੇਲੇ ਮੈਂ ਗੌਰਮੈਂਟ ਇਸਲਾਮੀਆ ਕਾਲਜ ਗੁਜਰਾਵਾਲਾ ਚਲਾ ਗਿਆ। ਉੱਥੇ ਜਿਹੜਾ ਹੈ ਮੈਂ ਐਜ਼ ਅ ਲੈਕਚਰਰ ਗਿਆ, ਅਤੇ ਫਿਰ ਆਸਤਾ ਆਸਤਾ ਲਾਹੌਰ ਵੱਲ ਆ ਗਿਆ ਅਤੇ ਗੁਲਬਰਗ ਕਾਲਜ ਦੇ ਵਿੱਚ ਜੋਬ ਕਰਦਾ ਰਿਹਾ। ਫਿਰ ਜਿਸ ਵੇਲੇ ਗੌਰਮੈਂਟ ਕਾਲਜ ਯੂਨੀਵਰਸਿਟੀ ਦੇ ਵਿੱਚ ਡੈਪੂਟੇਸ਼ਨ 'ਤੇ ਰਿਹਾ,
ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਆਈ ਤੇ ਉੱਥੇ ਅਪਲਾਈ ਕੀਤਾ। ਹੁਣ ਮੈਂ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ ਹਾਂ। ਪਿਛਲੇ ਦਿਨੋਂ ਹੀ ਬਲਕਿ ਉਹਦੀ ਵੀ ਤੁਹਾਨੂੰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ, ਥੋੜੇ ਦਿਨ ਪਹਿਲੇ ਹੀ ਤੁਹਾਡਾ ਉਹ ਸਾਰਾ ਪ੍ਰੋਸੀਜਰ ਸੀ। ਜੀ ਬਿਲਕੁਲ। ਦੇਖੋ ਮੈਂ ਯਾਨੀ ਕਿ ਇਹ ਤੇ ਤੁਹਾਡਾ ਹੋ ਗਿਆ ਇੱਕ ਸਫ਼ਰ ਜਿਹੜਾ ਤੁਸੀਂ ਜ਼ਿੰਦਗੀ ਦਾ, ਲੇਕਿਨ ਪੰਜਾਬੀ ਚੁੱਕੇ ਘਰ ਵਿੱਚ ਹੀ ਤੁਸੀਂ ਬੋਲਦੇ ਸੀ, ਲੇਕਿਨ ਪੰਜਾਬੀ ਪੜ੍ਹਾਉਣ ਵੱਲ ਕਿਵੇਂ ਆਏ, ਤੁਹਾਨੂੰ ਖਿਆਲ ਕਿਵੇਂ ਆਇਆ? ਦੂਸਰੇ ਜਿਸ ਤਰ੍ਹਾਂ ਤੁਹਾਡੇ ਜਿਹੜੇ ਭਰਾ ਨੇ ਉਹ ਮੁਖਤਲਿਫ ਸ਼ੋਬਿਆਂ ਦੇ ਵਿੱਚ, ਆਰਮੀ 'ਚ, ਕੋਈ ਟ੍ਰੈਫਿਕ ਪੁਲਿਸ 'ਚ, ਕੋਈ ਰੇਂਜਰਸ ਵਿੱਚ, ਤੁਹਾਨੂੰ ਇਹ ਪੰਜਾਬੀ ਪੜ੍ਹਾਉਣ ਦਾ ਖਿਆਲ ਕਿਸ ਤਰ੍ਹਾਂ? ਦੇਖੋ, ਜਿਸ ਵੇਲੇ ਵੀ ਅਸੀਂ ਬਾਹਰ ਨਿਕਲਦੇ ਹਾਂ ਤੇ ਸਾਡੀ ਸ਼ਨਾਖਤ ਸਿੱਖ ਹੋਣ ਤੋਂ ਜ਼ਿਆਦਾ ਜਿਹੜੀ ਹੈ ਉਹ ਪੰਜਾਬੀ ਹੋਣ ਦੇ ਹੈ ਕਿ ਸਰਦਾਰ ਜੀ ਪੰਜਾਬੀ ਬੜੀ ਸੋਹਣੀ ਬੋਲਦੇ ਹੋਣਗੇ, ਸਰਦਾਰ ਜੀ ਜਿਹੜੇ ਹੈ ਯਾਰ ਤੁਹਾਡੀ ਪੰਜਾਬੀ ਸਾਨੂੰ ਮਦਦ ਦਿੰਦੀ ਹੈ ਤੁਸੀਂ। ਤਾਂ ਉਸ ਵੇਲੇ ਮੈਂ LLB ਦਾ ਅੱਛਾ ਸਟੂਡੈਂਟ ਸੀ, ਮੇਰਾ ਪੰਜਾਬੀ ਨਾਲ ਕਮਾਲ ਦੀ ਗੱਲ ਹੈ ਕਿ ਮੇਰਾ ਪੰਜਾਬੀ ਨਾਲ ਕੋਈ ਤਾਲੁਕ ਨਹੀਂ ਸੀ ਹੈ। ਪੰਜਾਬੀ ਨੂੰ ਮੈਂ ਵੈਸੇ ਹੀ ਅਡੋਪਟ ਕੀਤਾ ਜਿਸ ਵੇਲੇ ਰੇਡੀਓ ਪਾਕਿਸਤਾਨ ਦੇ ਵਿੱਚ ਆਇਆ ਤੇ ਰੇਡੀਓ ਪਾਕਿਸਤਾਨ ਦੇ ਵਿੱਚ ਇੱਕ ਵਾਰਤਾਕਾਰ ਦੇ ਤੌਰ ਤੇ ਆਇਆ। ਉੱਥੇ ਅਸ਼ਫਾਕ ਅਹਿਮਦ ਸਾਹਿਬ ਨੇ ਸਾਨੂੰ ਇੱਕ ਛੋਟਾ ਜਿਹਾ ਕਲਿੱਪ ਦਿੱਤਾ ਸੀ, ਉਹ ਕਰਦੇ ਸੀ। ਉਸ ਤੋਂ ਬਾਅਦ ਫਿਰ FM 95 ਤੇ ਪ੍ਰੈਜ਼ੈਂਟਰ ਦੇ ਤੌਰ ਤੇ ਆਏ ਜਿਸ ਵੇਲੇ ਸ਼ੁਰੂ ਹੋਇਆ ਸੀ, ਉਸ ਵੇਲੇ 4 ਸਾਲ ਮੈਂ FM 95 ਦੇ ਵਿੱਚ ਰਿਹਾ। ਫਿਰ ਪ੍ਰੋਗਰਾਮ ਮੈਨੇਜਰ ਦੇ ਤੌਰ ਤੇ 89 ਦੇ ਨਾਲ ਕੰਮ ਕੀਤਾ, ਉਹ ਵੀ ਇੱਥੇ ਮਾਡਲ ਟਾਊਨ ਦੇ ਵਿੱਚ ਸੀ। ਸੋ ਇਹ ਆਸਤਾ ਆਸਤਾ ਉਹ ਪੰਜਾਬੀ ਦਾ ਸਫ਼ਰ ਸ਼ੁਰੂ ਹੋਇਆ, ਇੱਥੋਂ ਸ਼ੁਰੂ ਹੋਇਆ। LLB ਦਾ ਸਫ਼ਰ ਵਿੱਚ ਹੀ ਰਹਿ ਗਿਆ, ਫਿਰ ਪਤਾ ਹੀ ਨਹੀਂ ਲੱਗ ਸਕਿਆ ਜ਼ਿੰਦਗੀ ਦਾ ਕਿ ਯਾਰ ਪੰਜਾਬੀ ਵੱਲ ਤੁਰਨਾ ਹੈ ਔਰ ਇੰਨੀ ਕਾਮਯਾਬੀ ਮਿਲ ਜਾਏਗੀ, ਇੰਨੀ ਸਾਨੂੰ ਮਾਣ ਮਿਲੇਗਾ, ਇੰਨਾ ਸਤਿਕਾਰ ਮਿਲੇਗਾ ਪੰਜਾਬੀ ਦੇ ਵਿੱਚ। ਲੋਕਾਂ ਨੇ ਜਿਹੜਾ ਹੈ ਖ਼ਾਸ ਤੌਰ 'ਤੇ ਮੈਂ ਨਾਂ ਲਵਾਂਗਾ ਸੈਯਦ ਸਬਤੁੱਲਾ ਹਸਨ ਜ਼ੈਗਮ ਸ਼ਾਹ ਸਾਹਿਬ ਨੂੰ ਕਿ ਉਹਨਾਂ ਨੇ ਇੱਕ ਗਾਈਡਨੈਂਸ ਦਿੱਤੀ, ਉਹਨਾਂ ਨੇ ਅੱਗੇ ਲਾਇਆ ਸੀ ਕਿ ਨਹੀਂ ਤੈਨੂੰ ਪੰਜਾਬੀ 'ਚ ਆਉਣਾ ਚਾਹੀਦਾ ਹੈ, ਇੱਥੇ ਫਿਰ ਹੋਰ ਬਹੁਤ ਸਾਰੇ ਆ ਜਾਣਗੇ ਪਰ ਤੇਰਾ ਕਿਉਂਕਿ ਬੋਲ ਚਾਲ ਰਹਿਣਾ ਜਿਹੜਾ ਹੈ ਉਹ ਪੰਜਾਬੀ ਹੈ, ਸੋ ਤੈਨੂੰ ਮਸਟ ਪੰਜਾਬੀ ਦੇ ਵਿੱਚ ਆਉਣਾ ਚਾਹੀਦਾ। ਫਿਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਮਹੀਨਾਵਾਰ ਲਹਿਰਾਂ ਡਾਕਟਰ ਸਈਦ ਅਖਤਰ ਹੁਸੈਨ ਅਖਤਰ ਕੱਢਦੇ ਸੀ ਤੇ ਉਹਨਾਂ ਦੇ ਨਾਲ ਸਬ ਐਡੀਟਰ ਦੇ ਤੌਰ ਤੇ ਆਇਆ ਔਰ ਫਿਰ ਐਡੀਟਰ ਬਣਿਆ। ਸੋ ਇਹ ਇੱਕ ਸਫ਼ਰ ਸੀ ਕਿ ਜਿਹੜਾ ਪੰਜਾਬੀ ਦਾ ਨਾਲ ਨਾਲ ਚੱਲਦਾ ਰਿਹਾ। ਹਾਲਾਂਕਿ ਤੁਸੀਂ ਪਸ਼ਤੋ ਵੀ ਬੜੀ ਅੱਛੀ ਬੋਲ ਲੈਂਦੇ ਪੰਜਾਬੀ ਦੇ ਨਾਲ ਨਾਲ, ਉਹ ਕੀ ਕਿੱਸਾ ਹੈਗਾ? ਅਸਲ ਦੇ ਵਿੱਚ ਉਹ ਕਿਸ ਤੋਂ ਸਿੱਖੀ? ਜ਼ਿਆਦਾ ਆਬਾਦੀ ਜਿਹੜੀ ਸੀ ਸਾਡਾ ਇੱਕੋ ਹੀ ਘਰ ਨਨਕਾਣਾ ਸਾਹਿਬ ਦੇ ਵਿੱਚ ਸੀ। ਜ਼ਿਆਦਾ ਆਬਾਦੀ ਜਿਹੜੀ ਸੀ ਉਹ ਸਾਡੀ ਪਸ਼ਤੋ ਸਪੀਕਿੰਗ ਹੈ। ਸਾਡੀ ਰਿਸ਼ਤੇਦਾਰੀਆਂ ਉਹ ਪਸ਼ਤੋ ਸਪੀਕਿੰਗ 'ਚ ਹੋਈਆਂ। ਮੇਰਾ ਰਿਸ਼ਤਾ ਜਿਹੜਾ ਹੈ ਉਹ ਵੀ ਪਸ਼ਤੋ ਸਪੀਕਿੰਗ 'ਚ ਹੋਇਆ। ਫਿਰ ਮੇਰੇ ਸਿਸਟਰ ਸਨ, ਉਹਨਾਂ ਦਾ ਰਿਸ਼ਤੇ ਵੀ ਜਿਹੜੇ ਹੈ ਉਹ ਪਸ਼ਤੋ ਸਪੀਕਿੰਗ 'ਚ ਹੋਇਆ ਕਿਉਂਕਿ ਇੱਥੇ ਹੋਰ ਸਿੱਖ ਮੌਜੂਦ ਨਹੀਂ ਸੀ। ਸਿਰਫ ਇਲਾਕਾ ਗੈਰ ਦੇ ਵਿੱਚ ਔਰ ਫਾਟਾ ਏਰੀਆ 'ਚ, ਪਿਸ਼ਾਵਰ ਏਰੀਆ ਦੇ ਵਿੱਚ ਸਿੱਖ ਮੌਜੂਦ ਸਨ। ਉਹਨਾਂ ਨਾਲ ਰਿਸ਼ਤੇਦਾਰੀ ਹੋਣ ਦੀ ਵਜ੍ਹਾ ਤੋਂ ਆਸਤਾ ਆਸਤਾ ਅਸੀਂ ਪਸ਼ਤੋ ਵੀ ਸਿੱਖ ਗਏ। ਜ਼ਬਰਦਸਤ। ਅੱਛਾ ਕਲਿਆਣ ਜੀ, ਤੁਸੀਂ ਮਾਸ਼ਾਅੱਲਾ ਜਿਹੜਾ ਹੈ ਗਵਰਨਮੈਂਟ ਕਾਲਜ ਦੇ ਵਿੱਚ ਇਸ ਟਾਈਮ ਪੰਜਾਬੀ ਪੜ੍ਹਾ ਰਹੇ ਹੋ ਔਰ ਅੱਜ ਦੀ ਨੌਜਵਾਨ ਨਸਲ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਕਿ ਉਹ ਵੀ ਪੰਜਾਬੀ ਵੱਲ ਆਉਣ, ਪੰਜਾਬੀ ਪੜ੍ਹਨ, ਕਮ ਅਜ਼ ਕਮ ਆਪਣੀ ਜਿਹੜੀ ਹੈ ਮਦਰ ਲੈਂਗੁਏਜ ਉਹਨੂੰ ਤੇ ਪੜ੍ਹਨ ਨਾ? ਬਿਲਕੁਲ, ਮਾਂ ਬੋਲੀ ਦਾ ਜਿਹੜਾ ਹੈ ਉਹ ਮੈਂ ਇਹੋ ਹੀ ਮੈਸੇਜ ਦਿਆਂਗਾ ਕਿ ਮਾਂ ਬੋਲੀ ਬਹੁਤ ਜ਼ਰੂਰੀ ਹੈ। ਮੈਂ ਪਿਛਲੇ ਦਿਨੋਂ ਇੱਕ ਲੈਕਚਰ ਅਟੈਂਡ ਕੀਤਾ ਤੇ ਉਹ ਡਾਕਟਰ ਹਰਸ਼ਿੰਦਰ ਕੌਰ ਨੇ, ਚਾਈਲਡ ਸਪੈਸ਼ਲਿਸਟ ਨੇ ਪਟਿਆਲਾ ਦੀ। ਉਹ ਕਹਿੰਦਾ ਕਿ ਜਿਹੜਾ ਰੱਬ ਨੇ ਸਟਰਕਚਰ ਬਣਾਇਆ ਹੋਇਆ ਦਿਮਾਗ ਦੇ ਵਿੱਚ, ਉਹ ਸਟਰਕਚਰ ਮਾਂ ਬੋਲੀ ਦਾ ਬਣਿਆ ਹੋਇਆ। ਜਦੋਂ ਤੁਸੀਂ ਕਿਸੇ ਹੋਰ ਬੋਲੀ ਨੂੰ ਉਹਦੇ ਉੱਤੇ ਹੈਵੀ ਕਰੋਗੇ ਤੁਸੀਂ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਜਾਓਗੇ ਔਰ ਤੁਹਾਡੀ ਉਮਰ ਜਿਹੜੀ ਹੈ ਉਹ ਅੱਧੀ ਰਹਿ ਜਾਏਗੀ। ਇੱਕ ਬੜੀ ਹੈਰਾਨਕੁਨ ਉਹਨਾਂ ਦੀ ਰਿਸਰਚ ਹੈ ਔਰ ਉਹਨਾਂ ਦੀਆਂ ਜਿਹੜੀ ਹੈ ਕਿਤਾਬ ਦੀ ਸ਼ਕਲ ਦੇ ਵਿੱਚ ਹੈ ਮਾਂ ਬੋਲੀ ਡਾਕਟਰੀ ਨਜ਼ਰੀਏ ਤੋਂ। ਤੇ ਫਿਰ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਇਸ ਚੀਜ਼ ਨੂੰ ਬਿਆਨ ਕੀਤਾ ਹੋਇਆ ਹੈ ਕਿ ਦੂਸਰੀ ਬੋਲੀਆਂ ਨੂੰ ਤੁਸੀਂ ਬੋਲ ਕੇ ਤੇ ਆਪਣੀ ਉਮਰ ਨਾ ਘਟਾਓ, ਆਪਣੇ ਵਾਸਤੇ ਮੁਖਤਲਿਫ ਬਿਮਾਰੀਆਂ ਨਾ ਲਾਓ, ਬਲਕਿ ਤੁਸੀਂ ਇਸ ਤਰੀਕੇ ਨਾਲ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਔਰ ਸ਼ਊਰ ਵੀ ਹਾਸਲ ਕਰ ਸਕਦੇ ਹੋ। ਦੇਖੋ, ਮੈਂ ਇਹੋ ਹੀ ਮੈਸੇਜ ਅਕਸਰ ਆਪਣੇ ਬੱਚਿਆਂ ਨੂੰ ਵੀ ਦਿੰਦਾ ਹੁੰਦਾ ਵਾਂ ਕਿ ਜਿਸ ਵੇਲੇ ਸਿੱਖ ਰਾਜ ਸੀ ਸਾਂਝੇ ਪੰਜਾਬ ਦੇ ਉੱਤੇ, ਉਸ ਵੇਲੇ ਸਾਡਾ ਜਿਹੜਾ ਲਿਟਰੇਸੀ ਰੇਟ ਸੀ ਉਹ 70% ਸੀ ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਲਾਜ਼ਮੀ ਕਰਾਰ ਦਿੱਤਾ ਸੀ ਕਿ ਹਰ ਮਾਂ ਜਿਹੜੀ ਹੈ ਉਹ ਪੰਜਾਬੀ ਜ਼ਰੂਰ ਸਿੱਖੇ। ਜਦੋਂ ਮਾਂ ਨੂੰ ਪੰਜਾਬੀ ਆਏਗੀ ਤਾਂ ਮੇਰਾ ਖਿਆਲ ਹੈ ਕਿ ਉਹਦੇ ਬੱਚੇ ਜਿਹੜੇ ਹੈ ਉਹ ਮਾਂ ਬੋਲੀ ਸਿੱਖਣਗੇ। ਸੋ ਉਸ ਤੋਂ ਲਿਟਰੇਸੀ ਰੇਟ ਨੂੰ ਅਗਰ ਵਧਾਉਣਾ ਹੈ,
ਆਪਣੇ ਆਪ ਨੂੰ ਠੀਕ ਰੱਖਣਾ ਹੈ। ਇਸ ਕਨਫਿਊਜ਼ ਦੇ ਵਿੱਚੋਂ ਮੁਆਸ਼ਰੇ ਨੂੰ ਨਿਕਲਣਾ ਹੋਏਗਾ ਕਿ ਕੋਈ ਜ਼ਬਾਨ ਸੁਪਰੀਮ ਹੈ, ਕੋਈ ਜ਼ਬਾਨ ਘਟੀਆ ਹੈ, ਇਸ ਚੀਜ਼ ਤੋਂ ਨਿਕਲਣਾ ਹੋਏਗਾ। ਮਤਲਬ ਪਿਛਲੇ ਦਿਨੋਂ ਜਿਹੜੇ ਲਾਹੌਰ ਗ੍ਰਾਮਰ ਸਕੂਲ ਦੇ ਵਿੱਚ ਬੱਚਿਆਂ ਨੂੰ ਪੁੱਛਿਆ ਗਿਆ ਕਿ ਪੰਜਾਬੀ ਲੈਂਗੁਏਜ ਬਾਰੇ ਜਾਣਦੇ ਹੋ, ਤਾਂ ਤੁਹਾਨੂੰ ਹੈਰਾਨਗੀ ਹੋਏਗੀ कि ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਕਿਹਾ कि पंजाबी तो हमारी नौकरों की ज़बान है, हमारी आया की ज़बान है, हमारी जो आपवी की ज़बान है, तो हमारी दादी माँ की ज़बान है। कई बच्चों ने ये किया कि देखो कि एक बहुत सारे उन्होंने सानू मिल गए कि इस कन्फ्यूजन दे विच है कि तुसी लैंगुएजेस नू कई नू सुप्रीम कर दिता, कई नू घटिया करता। जिवें साडा मुआशरा तकसीम होया है ना, तरह तरह के हवाले नाल असीं लसानी बुनियादां ते तकसीम आ, मजहबी बुनियादां ते तकसीम आ और जोग्राफी बुनियादां दे उत्ते तकसीम आ, कौम परस्ती कई थावां दे उत्ते बहुत उगड़वा बन चुकी है। इस चीज़ नू खत्म करन लई जदों तुसीं मां बोली लैके आओगे ना तो साडा कल्चर आएगा, पंजाबी कल्चर आएगा, तो मेरा ख्याल है कि ये सारिया चीज़ां जिहड़ियां ने ये ठीक हो सकदियां ने। लेकिन इस कन्फ्यूजन दे विचों तुहानूं बाहर निकलना होएगा कि अंग्रेज़ी सुप्रीम है या कोई होर ज़बान सुप्रीम है। सुप्रीम अंग्रेज़ी कोई नहीं है। देखो कि ईरान दे विच वसण वाले ईरानी फारसी बोलते हैं, उन्हां दा सारा स्ट्रक्चर फारसी है। चाइना दे विच रहण वाले चाइनीज़ जिहड़े ने पूरी दुनिया ते इस टाइम हर टैक्नोलॉजी ते राज करते हैं, वो चाइनीज़ बोलते हैं। जापान च रहण वाले टैक्नोलॉजी के लिहाज नाल जापानी ने, तो उन्होंने अपनी ज़बान नहीं छड्डी, उन्होंने इंग्लिश नहीं सीखी है। इन्हां तिन्नां मुल्कां ने इंग्लिश नहीं सीखी है, पर इन्हां दा स्ट्रक्चर जिहड़ा इन्ना मजबूत हो चुका है कि पूरी दुनिया हुण इन्हां तिन्नां मुल्कां अल वेख रही है। सो देखोगे कि जदों तुसीं अपनी माँ बोली चाहोगे तो तुहाडी कामयाबी तुहानूं मिलेगी और पूरी दुनिया जिहड़ी है तुहाडे अल वेखेगी। यकीनन जिहड़ा वो कामयाबी जिहड़ी है ना अपनी माँ बोली दे विच इंसान बहुत सारे लफ्ज़ जिहड़े अपनी माँ कोलों सीख के जांदा, स्कूल जांदा, कुछ होर तरह का उन्होंने मिलता है, मुख्तलिफ जिहड़ा ना वो डिवाइड हो जाता। जे अगर असी अपनी एजुकेशन का सिस्टम जिहड़ा वो एक लैंग्वेज दे विच होएगा, मेरा ख्याल है कि बहुत स्टूडेंट जिहड़े ने एजुकेशन मिलेगी, सारिਆਂ ਨੂੰ पढ़ी लिखी कौम जिहड़ी वो पैदा होएगी। ਇਹਦੇ ਕਲਿਆਣ ਸਭ ਹੋ ਗਿਆ ਜ਼ੁਬਾਨ ਦਾ ਮਸਲਾ। ਅੱਛਾ ਤੁਸੀਂ ਜਿਹੜਾ ਹੈ ਪਾਕਿਸਤਾਨ ਦੇ ਅੰਦਰ ਜਦੋਂ ਜਾਂਦੇ ਹੋ ਬਾਹਰ, ਲੋਕ ਤੁਹਾਨੂੰ ਇੰਨਾ ਮਾਣ ਦਿੰਦੇ ਨੇ, ਤੁਹਾਡੇ ਨਾਲ ਮੈਂ ਦੇਖਿਆ ਕਿ ਲੋਕ ਖੜੇ ਹੋ ਜਾਂਦੇ ਨੇ ਸੈਲਫੀ ਤੁਹਾਨੂੰ ਕੈਸਾ ਮਹਿਸੂਸ ਹੁੰਦਾ ਹੈ? देखो पाकिस्तान ਇੰਨਾ ਪਿਆਰ ਮਿਲਦਾ ਹੈ, ਇੰਨਾ ਜਿਹੜਾ ਹੈ ਉਹ शुरुआती तौर पर तो बहुत मुश्किल लाइफ गुजारी है, लेकिन हुण आस्ता आस्ता जिस वेले पाकिस्तानी कह मिलते हैं और पुछते हैं कि तुसीं कित्थों रहने वाले से, उन्होंने कह दईदा कि असीं पाकिस्तान दे ही हाँ, असीं उत्थों नहीं आए, तो फिर वो बकायदा गले लग जाते हैं और सैल्फियां लैंदे ने और कहते हैं कि यार साढ़े पाकिस्तानी भराओ, तुसीं जिस तरह मर्जी रहो, जिस तरह मर्जी। एक प्यार हुण नवीं नस्ल जिहड़ी है वो जिहड़ी उन्होंने शऊर महसूस किया है, उन्होंने महसूस किया है कि ये भी साढ़े वर्गे साढ़े इस धरती के भरा ने और उन्होंने सानू मान देना शुरू करता, सानू इज्जत सत्कार नाल बुलाना शुरू करता। शुरू दे विच मुश्किलात पेश आईयां ने, लेकिन आस्ता आस्ता मुआशरा जिहड़ा है शऊर अल वध रहा और जिथे शऊर आएगा मेरा ख्याल है उत्थे मां बोली भी आएगी। अच्छा अखीर ते तुसी अज दी नौजवान नस्ल नूं की पैगाम देना चाहते हो? अब मैं इहो ही क्योंकि तुहाडा तल्लुक एक तालीम दे शोबे नाल है, उस्ताद हो तुसी, मैं चाहना वा कि जी देखो कि 2 फरवरी 1833 ਦੇ ਵਿੱਚ जिस वेले अंग्रेज़ राज आण वाला सी, हाले आया नहीं सी, तो उस वेले उन्होंने कहा कि इन्हां दी जिहड़ी है इस कौम नूं असी तकसीम करन वास्ते सानू इन्हां दी कल्चर और प्लस माँ बोली इन्हां नूं तबाह करना पैना वा, वरना इन्हां इस मुआशरे नूं तकसीम नहीं कर सकते हैं। जे कल्चर और माँ बोली इन्हां दी ख़त्म कर दिओ तो ये मुआशरे नूं मजहबी तौर पर तकसीम किया जा सकता है। तो उस वेले बाकायदा प्लैनिंग नाल बाकायदा ब्रिटिश गौरमेंट ने इस उन्होंने पास किया होया रेगूलेशन नूं, और अज भी वो साढ़े कोल रेगूलेशन मौजूद है कि जिहड़ा पास होया। उन्होंने आस्ता आस्ता सब तो पहला साढ़े कोल आके साड़ी माँ बोली खो लई और फिर साढ़े कोल साड़ा कल्चर खो लिया। सो जिस मुआशरे दे विचों उन्हां दी माँ बोली ते कल्चर खोल होए जाण, वो मुआशरा खोखला हो जाता है, जिवें साडा मुआशरा खोखला होया है साडे कल्चर और साडे माँ बोली तो बिना। सो मेरी अपने भड़ियारां अगे, अपने दोस्तां अगे, अपने पंजाबी भरावां अगे इहो ही बेनती है कि वापस परत के आओ अपनी माँ बोली वाल, अपने पंजाबी कल्चर वाल, अपने सभ्याचारक वाल, अपनी रहत वाल मुड़ आओ, क्योंकि इहदे विच ही
ਜਿਹੜਾ ਜੀਵਨੀ ਹੈ ਇਹਦੇ ਵਿੱਚ ਹੀ ਜ਼ਿੰਦਾ ਰਹਿਣ ਦੀ ਜਿਹੜੀ ਸਾਡੀ ਪ੍ਰੇਰਨਾ ਹੈ। ਹੁਣ ਇਸ ਚੀਜ਼ ਨੂੰ ਲੈ ਕੇ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਅਸੀਂ ਦੁਨੀਆ ਦੇ ਵਿੱਚ ਇੱਕ ਪੜ੍ਹੀ ਲਿਖੀ ਕੌਮ ਬਣ ਸਕਦੇ ਹਾਂ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਲੈ ਕੇ ਚੱਲੀਏ। ਪਰ ਜੇ ਸਾਡੇ ਕੋਲੋਂ ਇਹ ਦੋ ਚੀਜ਼ਾਂ ਨਾ ਹੋਣ ਫਿਰ ਅਸੀਂ ਕੱਲ੍ਹ ਵੀ ਖੋਖਲੇ ਸੀ, ਅੱਜ ਵੀ ਖੋਖਲੇ ਹਾਂ ਔਰ ਫਿਊਚਰ 'ਚ ਵੀ ਖੋਖਲੇ ਰਹਾਂਗੇ। ਬਹੁਤ ਸ਼ੁਕਰੀਆ ਕਲਿਆਣ ਸਾਹਿਬ, ਤੁਸੀਂ ਇੱਕ ਵਾਰੀ ਫਿਰ ਤਸ਼ਰੀਫ ਲਿਆਏ। ਧੰਨਵਾਦ ਦੋਸਤੋ, ਅਸੀਂ ਆਸ ਕਰਨੇ ਹਾਂ ਅੱਜ ਦਾ ਵੀ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਣਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।